ਧਰਮ ਦੀ ਦੁਨੀਆ ਵਿੱਚ ਦੋ ਪ੍ਰਕਾਰ ਦੇ ਜੀਵਾਂ ਦਾ, ਇਨਸਾਨਾਂ ਦਾ ਆਪਸ ਵਿੱਚ ਬੜਾ ਗਹਿਰਾ ਰਿਸ਼ਤਾ ਰਿਹਾ ਹੈ। ਇੱਕ ਉਹ ਨੇ ਜਿਨ੍ਹਾਂ ਨੂੰ ਅਸੀਂ ਜਗਿਆਸੂ ਆਖਦੇ ਹਾਂ, ਜਿਨ੍ਹਾਂ ਅੰਦਰ ਇੱਛਾ ਹੈ ਕਿ ਇਹ ਮਿਲਿਆ ਹੋਇਆ ਮਨੁੱਖਾ ਜਨਮ ਸਫਲ ਬਣਾ ਲਿਆ ਜਾਏ, ਜੋ ਅਸਲੀ ਲਾਹਾ ਹੈ ਇਸ ਦਾ ਉਹ ਲੈ ਸਕੀਏ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ, ਇਸ ਵਿੱਚ ਸਾਨੂੰ ਕਾਮਯਾਬੀ ਮਿਲ ਸਕੇ। ਪਰ ਅਸੀਂ ਹਾਂ ਅਲਪੱਗ, ਮਿਲਾਪ ਚਾਹੁੰਦੇ ਹਾਂ ਉਸ ਸਰਬੱਗ ਦਾ। ਰਸਤੇ ਦੀ ਸਮਝ ਕੋਈ ਨਹੀਂ ਕਿ ਮੰਜ਼ਿਲ ਤੇ ਪਹੁੰਚਣਾ ਕਿਵੇਂ ਹੈ, ਤੇ ਖਿਆਲ ਪੈਦਾ ਹੋਵੇ ਕਿ ਰਸਤਾ ਦੱਸਣ ਵਾਲੇ ਦੀ ਖੋਜ ਕਰੀਏ, ਜੋ ਸਾਨੂੰ ਅੰਦਰਲੀਆਂ ਬਾਰੀਕੀਆਂ ਸਮਝਾ ਸਕੇ ਤੇ ਮਾਲਕ ਨਾਲ ਜੋੜ ਦੇਵੇ। ਜਗਿਆਸੂ ਦੇ ਅੰਦਰ ਜਗਿਆਸਾ ਹੈ, ਪਿਆਸ ਹੈ, ਪ੍ਰਭੂ ਮਿਲਾਪ ਦੀ ਤਮੰਨਾ ਹੈ। ਖੁਸ਼ਕਿਸਮਤੀ ਇਹ ਵੀ ਹੈ ਕਿ ਇਸ ਪਿਆਸ ਨੇ ਇੱਕ ਤਲਾਸ਼ ਪੈਦਾ ਕਰ ਦਿੱਤੀ ਹੈ। ਪਰ ਇੱਥੇ ਬੜੀ ਸਾਵਧਾਨੀ ਦੀ ਜ਼ਰੂਰਤ ਸੀ। ਰਸਤਾ ਉਸ ਨੂੰ ਪੁੱਛਿਆ ਜਾਏ ਜਿਸ ਨੂੰ ਪਤਾ ਹੈ। ਇਸ ਦੁਨੀਆ ਵਿੱਚ ਮੰਜ਼ਿਲ ਤੇ ਪਹੁੰਚਾਉਣ ਵਾਲਾ ਕੋਈ ਟਾਵਾਂ ਤੇ ਭਟਕਾਉਣ ਵਾਲੇ ਅਨੇਕਾਂ ਹਨ। ਖਾਸ ਕਰ ਧਰਮ ਦੇ ਖੇਤਰ ਵਿੱਚ ਇਸ ਪੱਖ ਤੋਂ ਬੜੀ ਸਾਵਧਾਨੀ ਦੀ ਜ਼ਰੂਰਤ ਸੀ। ਸਾਧਾਰਨ ਮਨੁੱਖ ਜਿਸ ਵਿਚਾਰੇ ਨੂੰ ਪਤਾ ਨਹੀਂ, ਪਰਖ ਨਹੀਂ, ਉਸ ਦੇ ਪਾਸ ਤਾਂ ਪੈਮਾਨਾ, ਮਾਪਦੰਡ ਉਹੀ ਹੈ ਜੋ ਆਮ ਸਮਾਜ ਵਿੱਚ ਪ੍ਰਚਲਿਤ ਹੈ। ਕੋਈ ਸਾਧੂ ਰੱਬੀ ਰਾਹ ਸਮਝਾਵੇਗਾ ਤੇ ਸਾਧੂ ਦੀਆਂ ਨਿਸ਼ਾਨੀਆਂ ਉਸ ਨੇ ਉਹੀ ਮਿਥ ਲਈਆਂ ਨੇ ਜੋ ਉਸਨੇ ਆਪਣੇ ਸਮਾਜ ਵਿੱਚੋਂ ਸੁਣੀਆਂ ਨੇ। ਜੇ ਕਿਸੇ ਸੁਣਿਆ ਕਿ ਸੂਫੀ ਦਰਵੇਸ਼ ਮਹਾਨ ਹੁੰਦੇ ਹਨ, ਕਾਲੇ ਬਸਤਰ ਪਹਿਨਦੇ ਹਨ, ਵੱਡਾ ਚੋਲਾ ਹੁੰਦਾ ਹੈ, ਜਾਂ ਹੋਰ ਨਿਸ਼ਾਨੀਆਂ, ਤਾਂ ਉਹ ਤਲਾਸ਼ ਕਰੇਗਾ ਸੂਫੀ ਦਰਵੇਸ਼ ਦੀ ਨਹੀਂ, ਉਸ ਲੰਮੇ ਕਾਲੇ ਚੋਲੇ ਵਾਲੇ ਦੀ। ਮਨ ਵਿੱਚ ਤਾਂ ਤਮੰਨਾ ਇਹੀ ਹੈ ਕਿ ਇੱਕ ਕੋਈ ਦਰਵੇਸ਼ ਮਿਲੇ, ਲੇਕਿਨ ਦਰਵੇਸ਼ਾਂ ਦੇ ਲਿਬਾਸ ਵਿੱਚ ਦਰ ਭੰਨਣ ਵਾਲੇ ਬਹੁਤੇ ਨੇ। ਜੇ ਪਰਖ ਨਹੀਂ, ਪਹਿਚਾਣ ਨਹੀਂ, ਮਨੁੱਖ ਭਟਕ ਜਾਏਗਾ। ਭਟਕਾਉਣ ਵਾਲਿਆਂ ਦੀ ਕੋਈ ਕਮੀ ਨਹੀਂ। ਪਾਰਖੂ ਬਿਰਤੀ ਵਾਲਾ ਹੋਇਆ ਤਾਂ ਅਸਲੀ ਤਲਾਸ਼ ਕਰ ਲਵੇਗਾ। ਤਲਾਸ਼ ਵਿੱਚ ਕਾਮਯਾਬੀ ਜਿਸ ਨੂੰ ਵੀ ਮਿਲ ਗਈ, ਉਸ ਦੀ ਪਿਆਸ ਮਿਟ ਗਈ, ਮਿਲਾਪ ਹਾਸਲ ਹੋ ਗਿਆ। 3 ਲਫ਼ਜ਼
ਵਿਸ਼ੇਸ਼ ਤੌਰ 'ਤੇ ਇਸ ਯਾਤਰਾ ਵਿੱਚ ਯਾਦ ਰੱਖ ਲੈਣ ਵਾਲੇ ਹਨ। ਪਹਿਲੀ, ਅੰਦਰ ਪੈਦਾ ਹੋਵੇ ਪਿਆਸ, ਉਹ ਲਫ਼ਜ਼ ਹੈ ਪਿਆਸ। ਫਿਰ ਹੈ ਤਲਾਸ਼, ਤਲਾਸ਼ ਤੋਂ ਬਾਅਦ ਹੈ ਮਿਲਾਪ। ਜਿਸ ਮੰਜ਼ਿਲ ਤੇ ਪੁੱਜਣਾ ਸੀ ਪੁੱਜ ਗਏ। ਅਨੇਕਾਂ ਪ੍ਰਾਣੀ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਬੀਤ ਜਾਂਦੀ ਹੈ, ਲੇਕਿਨ ਪ੍ਰਭੂ ਦੀ ਪਿਆਸ ਹੀ ਪੈਦਾ ਨਹੀਂ ਹੁੰਦੀ। ਫਿਰ ਇੱਕ ਵਰਗ ਉਹ ਹੈ ਜਿਸ ਅੰਦਰ ਪਿਆਸ ਤਾਂ ਪੈਦਾ ਹੋਈ, ਲੇਕਿਨ ਤਲਾਸ਼ ਕਰਨ ਦੀ ਜੁਗਤ ਪਤਾ ਨਹੀਂ, ਤਲਾਸ਼ ਲਈ ਨਿਕਲੇ ਔਰ ਭਟਕ ਗਏ। ਇਹ ਪਾਖੰਡੀਆਂ ਦੇ ਪਿੱਛੇ ਹਜ਼ਾਰਾਂ ਤੇ ਲੱਖਾਂ ਦੀ ਭੀੜ ਇਸੇ ਲਈ ਲੱਗੀ ਫਿਰਦੀ ਹੈ ਕਿ ਉਹ ਤਲਾਸ਼ ਵਿੱਚ ਭਟਕੇ ਨੇ। ਜੇ ਕਿਸੇ ਨੂੰ ਸਹੀ ਤਲਾਸ਼ ਕਰਨ ਦੀ ਜੁਗਤ ਆ ਗਈ ਤੇ ਰਾਹ ਦੱਸਣ ਵਾਲਾ ਮਿਲ ਗਿਆ, ਮਿਲਾਪ ਵੀ ਹੋ ਜਾਏਗਾ। ਪਰ ਪਿਆਸ ਤੋਂ ਬਾਅਦ ਤਲਾਸ਼ ਵਿੱਚ ਬੜੇ ਖਤਰੇ ਨੇ। ਕਬੀਰ ਜੀ ਨੇ ਅੱਜ ਦੇ ਇਹਨਾਂ ਬਚਨਾਂ ਵਿੱਚ ਸਾਨੂੰ ਖੂਬ ਸਾਵਧਾਨ ਵੀ ਕੀਤਾ ਹੈ, ਉਪਦੇਸ਼ ਵੀ ਬਖਸ਼ਿਆ ਹੈ। ਪਹਿਲੀ ਤੇ ਗੱਲ ਹੈ, ਪਿਆਸ ਤੋਂ ਖਾਲੀ ਹੀ ਅਨੇਕਾਂ ਜੀਵ ਸੰਸਾਰ ਤੋਂ ਤੁਰ ਜਾਂਦੇ ਨੇ। ਲੇਕਿਨ ਪਿਆਸ ਪੈਦਾ ਹੋ ਗਈ, ਮਨ ਅੰਦਰ ਇੱਕ ਤੜਪ ਪੈਦਾ ਹੋਈ ਕਿ ਜ਼ਿੰਦਗੀ ਬੀਤਦੀ ਜਾ ਰਹੀ ਹੈ, ਜ਼ਿੰਦਗੀ ਦੇ ਦਾਤੇ ਦਾ ਮਿਲਾਪ ਹਾਸਲ ਨਹੀਂ। ਬੜੇ ਪਦਾਰਥ ਪ੍ਰਾਪਤ ਕੀਤੇ ਨੇ, ਬੜੀਆਂ ਸ਼ੋਹਰਤਾਂ ਖੱਟੀਆਂ ਨੇ, ਬੜੀਆਂ ਪ੍ਰਾਪਤੀਆਂ ਨੇ ਸੰਸਾਰਕ ਤੌਰ 'ਤੇ, ਲੇਕਿਨ ਅੰਦਰ ਕੋਈ ਸਕੂਨ ਨਹੀਂ, ਸ਼ਾਂਤੀ ਨਹੀਂ, ਆਨੰਦ ਨਹੀਂ। ਗੋਦਾਮ ਭਰ ਲਏ ਹਨ ਪਦਾਰਥਾਂ ਨਾਲ, ਪਰ ਮਨ ਤਾਂ ਭਰਿਆ ਨਹੀਂ। ਜਦੋਂ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ, ਪਿਆਸ ਜਾਗੀ ਪਰਮਾਤਮਾ ਦੀ, ਮਾਲਕ ਦੇ ਮਿਲਾਪ ਨਸੀਬ ਹੋ ਜਾਣ। ਹੁਣ ਅੰਦਾਜ਼ਾ ਲਗਾਉਣਾ ਪ੍ਰਭੂ ਦੇ ਮਿਲਾਪ ਦਾ ਜ਼ਿੰਦਗੀ ਵਿੱਚ ਕੀ ਰਸ ਹੋਵੇਗਾ, ਉਹ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਪਰ ਜਿਸ ਦੇ ਅੰਦਰ ਰੱਬੀ ਪਿਆਸ ਵੀ ਪੈਦਾ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਵਿੱਚੋਂ ਵੀ ਕੁਝ ਖੁਸ਼ਬੂਆਂ ਐਸੀਆਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜੇ ਥੋੜ੍ਹਾ ਵੀ ਕੋਈ ਸੁਰਤੀਵਾਨ ਪੁਰਸ਼ ਨੇੜੇ ਹੋ ਕੇ ਦੇਖੇ ਤਾਂ ਉਹ ਮਹਿਸੂਸ ਕਰਦਾ ਹੈ ਇਸ ਆਦਮੀ ਦੇ ਅੰਦਰ ਕੋਈ ਰਸ ਦੀ ਆਭਾ ਹੈ। ਪਿਆਸ ਵੀ ਇੱਕ ਰਸ ਪੈਦਾ ਕਰਦੀ ਹੈ, ਬਿਰਹੋਂ ਦਾ ਇੱਕ ਆਪਣਾ ਸਵਾਦ ਹੈ। ਪਰਮਾਤਮਾ ਦੇ ਮਿਲਾਪ ਲਈ ਤੜਪਦਾ ਹੈ, ਪਰ ਉਹ ਤੜਪਣਾ ਵੀ ਇੱਕ ਭਗਤੀ ਬਣ ਜਾਂਦੀ ਹੈ। ਬਿਰਹੋਂ ਵਿੱਚ ਭਗਤ ਕਦੀ ਰੋਂਦਾ ਵੀ ਹੈ, ਉਹ ਵੀ ਸਿਮਰਨ ਹੈ। ਅਸੀਂ ਉੱਤੋਂ ਉੱਚੀ ਉੱਚੀ ਕੂਕ ਕੇ ਵੀ ਉਸ ਦਾ ਨਾਮ ਲਈਏ, ਉਹ ਵੀ ਸਿਮਰਨ ਨਹੀਂ, ਕਿਉਂਕਿ ਸਿਮਰਤੀ ਕਿਤੇ ਹੋਰ ਹੈ, ਯਾਦ ਕਿਤੇ ਹੋਰ ਹੈ, ਸੁਰਤੀ ਕਿਤੇ ਹੋਰ ਹੈ। ਪੁਕਾਰਦਾ ਹੈ ਪਿਆਸਾ ਇਨਸਾਨ, ਇਹ ਤਾਂ ਸਧਾਰਨ ਨਿਯਮ ਹੈ। ਗਰਮੀ ਕਹਿਰ ਦੀ ਹੋਵੇ, ਅੰਦਰ ਪਿਆਸ ਲੱਗੀ ਹੋਈ ਹੋਵੇ, ਸੁਭਾਵਕ ਹੈ ਮਨੁੱਖ ਜਲ ਦੇ ਸਰੋਤ ਦੀ ਤਲਾਸ਼ ਕਰੇਗਾ, ਪ੍ਰਾਣਾਂ ਤੇ ਬਾਣ ਆਈ ਹੈ। ਇੱਥੇ ਹੀ ਬਸ ਨਹੀਂ,
ਕੇਵਲ ਤਲਾਸ਼ ਨਹੀਂ ਕਰੇਗਾ, ਹਰ ਕੀਮਤ ਅਦਾ ਕਰਨ ਲਈ ਤਿਆਰ ਹੋਵੇਗਾ। ਹਰ ਕੀਮਤ। ਕਹਾਣੀ ਹੀ ਹੈ, ਸ਼ਾਇਦ ਹਿਸਟਰੀ ਨਾ ਹੋਵੇ, ਲੇਕਿਨ ਕੀਮਤੀ ਹੈ ਕਿ ਸਿਕੰਦਰ ਨੂੰ ਇੱਕ ਫਕੀਰ ਮਿਲਦਾ ਹੈ। ਦੁਨੀਆ ਭਰ ਦੀ ਦੌਲਤ ਲੁੱਟ ਕੇ ਇਸਨੇ ਇਕੱਠੀ ਕਰ ਲਈ ਹੈ। ਵਾਪਸ ਰਾਜਧਾਨੀ ਨੂੰ ਪਰਤਣਾ ਹੈ। ਸੈਨਾ ਵਿੱਚ ਬਿਮਾਰੀ ਫੈਲ ਚੁੱਕੀ ਹੈ। ਆਪਣੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਨਹੀਂ। ਇੱਕ ਦਰਵੇਸ਼ ਮਿਲਦਾ ਹੈ। ਉਹ ਆਖਦਾ, ਤੂੰ ਬਹੁਤ ਸਰਮਾਇਆ ਪ੍ਰਾਪਤ ਕਰ ਲਿਆ ਲੋਕਾਂ ਦਾ ਲੁੱਟ ਲੁੱਟ ਕੇ। ਸਿਕੰਦਰ ਨੇ ਆਖਿਆ, ਹਾਂ, ਮੇਰੇ ਪਾਸ ਤਾਕਤ ਸੀ, ਮੈਂ ਤਾਕਤ ਵਰਤੀ। ਮੈਨੂੰ ਇਹ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਕਿ ਮੈਂ ਸਰਮਾਇਆ ਇਕੱਠਾ ਕੀਤਾ ਹੈ। ਮੈਂ ਦੁਨੀਆ ਦਾ ਇਸ ਵੇਲੇ ਸਭ ਤੋਂ ਧਨਵਾਨ ਹਾਂ। ਦਰਵੇਸ਼ ਨੇ ਆਖਿਆ, ਠੀਕ, ਲੇਕਿਨ ਇਸ ਧਨ ਦੀ ਕੀਮਤ ਕਿੰਨੀ ਕੁ ਹੈ, ਕੁਝ ਪਤਾ ਹੈ? ਸਿਕੰਦਰ ਨੇ ਆਖਿਆ, ਮੈਂ ਮੁਲਾਂਕਣ ਕੀਤਾ ਨਹੀਂ, ਅਥਾਹ ਸਰਮਾਇਆ ਹੈ। ਦਰਵੇਸ਼ ਨੇ ਆਖਿਆ, ਮੇਰਾ ਭਾਵ ਇਹ ਨਹੀਂ, ਮੈਂ ਤੈਨੂੰ ਇੱਕ ਸਵਾਲ ਪੁੱਛਦਾ। ਈਮਾਨਦਾਰੀ ਨਾਲ ਜਵਾਬ ਦੇਵੀਂ। ਜੇ ਕਿਧਰੇ ਕਿਸੇ ਰੇਗਿਸਤਾਨ ਵਿੱਚ ਇਕੱਲਾ ਭਟਕ ਜਾਏ, ਕਹਿਰ ਦੀ ਗਰਮੀ ਹੋਵੇ, ਪਿਆਸ ਨਾਲ ਤੜਪ ਰਿਹਾ ਹੋਵੇਂ ਕਿ ਹੁਣ ਵੀ ਜਾਨ ਨਿਕਲੀ, ਕਿ ਹੁਣ ਵੀ ਜਾਨ ਨਿਕਲੀ, ਲੇਕਿਨ ਇਹ ਸਾਰੀ ਦੌਲਤ ਤੇਰੇ ਪਾਸ ਹੋਵੇ, ਔਰ ਉੱਥੇ ਖੜਾ ਹੋਵਾਂ ਮੈਂ, ਮੇਰੇ ਪਾਸ ਹੋਵੇ ਇੱਕ ਗਲਾਸ ਪਾਣੀ, ਤੂੰ ਮੇਰੇ ਨਾਲ ਸੌਦਾ ਕਰਨਾ ਚਾਹੇ ਕਿ ਪਾਣੀ ਪੀਣਾ ਹੈ, ਦੱਸ, ਮੈਂ ਅੱਧਾ ਗਲਾਸ ਤੈਨੂੰ ਦੇਣ ਲਈ ਤਿਆਰ ਵੀ ਹੋ ਜਾਵਾਂ ਮੁੱਲ ਤੋਂ, ਕੀ ਕੀਮਤ ਦੇਵੇਂਗਾ? ਬਹੁਤ ਸੋਚਣ ਤੋਂ ਬਾਅਦ ਸਿਕੰਦਰ ਆਖਦਾ ਹੈ, ਜੇ ਪ੍ਰਾਣਾਂ ਤੇ ਹੀ ਬਣ ਆਈ, ਜ਼ਿੰਦਗੀ ਦਾ ਹੀ ਸਵਾਲ ਸਾਹਮਣੇ ਹੋਇਆ, ਜੀਵਨ ਮੌਤ ਦਾ ਪ੍ਰਸ਼ਨ ਹੈ, ਤਾਂ ਮੈਂ ਸਾਰੇ ਸਰਮਾਏ ਵਿੱਚੋਂ ਅੱਧਾ ਵੀ ਦੇਣ ਨੂੰ ਤਿਆਰ ਹਾਂ। ਫਕੀਰ ਨੇ ਆਖਿਆ, ਮੈਂ ਇੰਨਾ ਸਸਤਾ ਪਾਣੀ ਵੇਚਣ ਵਾਲਾ ਦੁਕਾਨਦਾਰ ਨਹੀਂ ਦਿਆਂਗਾ। ਆਖਰ ਆਖਦੇ ਨੇ ਗੱਲ ਇੱਥੇ ਪਹੁੰਚ ਗਈ। ਉਸਨੇ ਆਖਿਆ, ਮੈਂ ਸਭ ਕੁਝ ਹੀ ਦੇ ਦਿਆਂਗਾ ਜਦ ਪ੍ਰਾਣਾਂ ਤੇ ਹੀ ਬਣ ਆਈ। ਸਾਰੀ ਦੌਲਤ ਦੇ ਕੇ ਵੀ ਮੈਨੂੰ ਅੱਧਾ ਗਲਾਸ ਪਾਣੀ ਮਿਲ ਜਾਏ, ਪ੍ਰਾਣ ਤਾਂ ਬਚਣਗੇ। ਫਕੀਰ ਨੇ ਆਖਿਆ, ਫਿਰ ਤੇਰੀ ਸਾਰੀ ਭੱਜ ਦੌੜ ਦਾ ਮੁੱਲ, ਉਹ ਵੀ ਜੇ ਕੋਈ ਇਤਨੇ ਵਿੱਚ ਵੇਚਣ ਨੂੰ ਤਿਆਰ ਹੋਵੇ ਤਾਂ ਅੱਧਾ ਗਲਾਸ ਪਾਣੀ ਹੈ। ਕਹਾਣੀ ਲਿਖਣ ਵਾਲੇ ਤਾਂ ਇਹ ਦਰਸਾਉਂਦੇ ਹਨ ਕਿ ਸਰਮਾਇਆ ਆਖਰ ਕੰਮ ਨਹੀਂ ਆਉਂਦਾ ਜ਼ਿੰਦਗੀ ਖਰੀਦਣ ਦੇ, ਲੇਕਿਨ ਇਸ ਦੇ ਪਿੱਛੇ ਇੱਕ ਹੋਰ ਅਰਥ ਵੀ ਹੈ, ਜੋ ਭਗਤ ਕਬੀਰ ਜੀ ਦੇ ਅੱਜ ਦੇ ਬਚਨਾਂ ਨਾਲ ਬਹੁਤ ਮੇਲ ਖਾਣ ਵਾਲਾ ਹੈ। ਜੇ ਪਿਆਸ ਪ੍ਰਬਲ ਹੋਵੇ, ਤੜਪ ਪੂਰੀ ਹੋਵੇ, ਤਾਂ ਆਦਮੀ ਸਭ ਕੁਝ ਵਾਰ ਕੇ ਵੀ ਪਿਆਸ ਬੁਝਾਉਣੀ ਚਾਹੁੰਦਾ ਹੈ। ਜੇ ਧਰਮ ਦੀ ਦੁਨੀਆ ਵਿੱਚ ਅਸੀਂ ਖਰਚਣ ਲਈ ਤਾਂ ਕੌਡੀ ਵੀ ਤਿਆਰ ਨਹੀਂ। ਅਯਾਸ਼ੀਆਂ ਤੇ ਕਰੋੜਾਂ ਖਰਚਦੇ ਹਾਂ, ਧਰਮ ਤੇ ਕੌਡੀ ਵੀ ਨਹੀਂ। ਤੇ ਆਖਦੇ ਇਹ ਹਾਂ, ਅਸੀਂ ਧਾਰਮਿਕ ਹਾਂ, ਪ੍ਰਭੂ ਮਿਲਾਪ ਚਾਹੁੰਦੇ ਹਾਂ, ਤਾਂ ਇਸ ਤੋਂ ਵੱਡਾ ਕੋਈ ਝੂਠ ਨਹੀਂ। ਕੁਝ ਵੀ ਅਦਾ ਕਰਨ ਨੂੰ ਤਿਆਰ ਨਹੀਂ ਕੀਮਤ। ਇਹ ਤਾਂ ਕੀਮਤ ਵੀ ਨਹੀਂ ਭੇਟਾ ਹੈ। ਕਿੰਨੀ ਕੁ ਸ਼ਰਧਾ ਸਾਡੇ ਵਿੱਚ ਹੋਵੇਗੀ।
ਸਭ ਤੋਂ ਪਹਿਲੀ ਗੱਲ ਹੈ ਪਿਆਸ ਸੱਚਮੁੱਚ ਹੋਵੇ। ਪਿਆਸ ਜਿੰਨੀ ਵੱਧ ਜਾਏਗੀ ਤਲਾਸ਼ ਵੀ ਓਨੀ ਹੀ ਵੱਧ ਜਾਏਗੀ। ਇੱਕ ਪਲ ਚੈਨ ਨਾਲ ਨਾ ਬੈਠ ਸਕੋਗੇ। ਕਦੀ ਪਿਆਸੇ ਨੂੰ ਤੜਪਦਿਆਂ ਦੇਖਿਆ ਹੈ? ਰੇਗਿਸਤਾਨ ਵਿੱਚ ਤੁਸੀਂ ਸੋਨੇ ਦੇ ਢੇਰ ਲਾ ਦਿਓ ਉਸ ਦੇ ਸਾਹਮਣੇ, ਉਹ ਆਖੇਗਾ ਮੈਂ ਕਰਨੇ ਕੀ ਨੇ, ਮੇਰੇ ਸਾਹਾਂ ਤੇ ਬਣੀ ਹੋਈ ਹੈ, ਪਾਣੀ ਤੋਂ ਬਗੈਰ ਤੁਸੀਂ ਸੋਨਾ ਲਈ ਫਿਰਦੇ ਹੋ। ਇਸ ਵੇਲੇ 2 ਬੂੰਦ ਪਾਣੀ ਮਿਲ ਜਾਏ, ਮੇਰਾ ਕੰਠ ਸੁੱਕ ਰਿਹਾ ਹੈ। ਇਸ ਨੂੰ ਆਖਦੇ ਨੇ ਪਿਆਸ, ਤੇ ਪਿਆਸ ਹੋਵੇ ਸੱਚੀ, ਤਲਾਸ਼ ਪੈਦਾ ਹੋਵੇਗੀ। ਉਸ ਤਲਾਸ਼ ਵਿੱਚ ਆਦਮੀ ਸਭ ਕੁਝ ਨਿਸ਼ਾਵਰ ਕਰਨ ਲਈ ਤਿਆਰ ਹੋਵੇਗਾ। ਇੱਥੋਂ ਹੀ ਗ੍ਰਾਹਕ ਹੋਣ ਦਾ ਪਤਾ ਲੱਗਦਾ ਹੈ। ਜ਼ਿਆਦਾਤਰ ਦੁਨੀਆ ਧਰਮ ਦੀਆਂ ਗੱਲਾਂ ਕਰਨ ਵਾਲੀ ਹੈ। ਹੈਨ ਵਿਰਲੇ ਹੀ ਲੋਕ ਜਿਨ੍ਹਾਂ ਅੰਦਰ ਸੱਚਮੁੱਚ ਪਿਆਸ ਹੈ। ਪਿਆਸ ਜਾਗੇ ਮੁਬਾਰਕ, ਤਲਾਸ਼ ਉੱਠੇਗੀ। ਪਰ ਉਹ ਪਿਆਸ ਇੱਕ ਰੰਗ ਲੈ ਆਉਂਦੀ ਹੈ। ਇਹ ਕੋਈ ਸਧਾਰਨ ਪਾਣੀ ਦੀ ਪਿਆਸ ਤਾਂ ਹੈ ਨਹੀਂ, ਪਰਮਾਤਮਾ ਦੀ ਪਿਆਸ ਹੈ। ਇਸ ਦਾ ਮਤਲਬ ਹੈ ਸਾਡੇ ਅੰਦਰ ਇੱਕ ਸਨੇਹ ਤਾਂ ਪੈਦਾ ਹੋਇਆ। ਮੰਨਿਆ ਪ੍ਰੀਤਮ ਦਾ ਮਿਲਾਪ ਅਜੇ ਨਹੀਂ, ਪਰ ਸਨੇਹ ਵੀ ਕੋਈ ਘੱਟ ਕੀਮਤੀ ਹੈ। ਇਸ ਪ੍ਰੇਮ ਦਾ ਕੋਈ ਮੁੱਲ ਪਾ ਸਕੋਗੇ? ਜਿਸ ਅੰਦਰ ਇਹ ਪੈਦਾ ਹੁੰਦਾ ਹੈ ਉਸ ਮਨੁੱਖ ਦੀ ਸੁਰਤੀ ਤਾਂ ਬਦਲਦੀ ਹੀ ਹੈ, ਬਲਕਿ ਪ੍ਰੇਮ ਦਾ ਸਰਮਾਇਆ ਉਸ ਦੇ ਆਲੇ ਦੁਆਲੇ ਨੂੰ ਵੀ ਬਦਲ ਦਿੰਦਾ ਹੈ। ਤੁਸੀਂ ਬਾਕੀ ਦੇ ਮਨ ਦੇ ਊਹਾ-ਪੋਹ ਨੂੰ ਛੱਡ ਕੇ, ਦੌੜ ਭੱਜ ਨੂੰ ਤਿਆਗ ਕੇ 2 ਘੜੀਆਂ ਉਸ ਦੇ ਪਾਸ ਬੈਠੋਗੇ, ਮਹਿਸੂਸ ਕਰੋਗੇ ਕਿ ਇਹ ਆਦਮੀ ਪਹਿਲੇ ਵਾਲਾ ਨਹੀਂ। ਇਸ ਵਿੱਚ ਕੋਈ ਰੰਗ ਭਰ ਗਿਆ ਹੈ, ਹਾਲਾਂਕਿ ਅਜੇ ਮਿਲਾਪ ਨਹੀਂ, ਲੇਕਿਨ ਇੱਕ ਮਿਕਨਾਤੀਸੀ ਖਿੱਚ ਅੰਦਰ ਪੈਦਾ ਹੋ ਗਈ ਹੈ। ਉਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ, ਕੁਦਰਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਬਿਰਹੋਂ ਦਾ ਇੱਕ ਆਪਣਾ ਹੀ ਸਵਾਦ ਹੈ। ਜਿਸ ਵੇਲੇ ਇਹ ਰਸ ਭਰਨਾ ਸ਼ੁਰੂ ਹੁੰਦਾ ਹੈ ਪ੍ਰੇਮ ਦਾ, ਜਿਵੇਂ ਜਿਵੇਂ ਇਹ ਵੱਧਦਾ ਜਾਂਦਾ ਹੈ, ਇਹ ਤਲਾਸ਼ ਹੀ ਇੱਕ ਦਿਨ ਮਿਲਾਪ ਤੱਕ ਲਿਜਾਣ ਦਾ ਸਾਧਨ ਬਣਦੀ। ਆਦਮੀ ਮਾਲਕ ਦੀ ਯਾਦ ਵਿੱਚ ਜੁੜਦਾ ਹੈ, ਪੁਕਾਰਦਾ ਹੈ। ਉਸ ਪੁਕਾਰ ਦਾ ਪ੍ਰਤਾਪ ਜ਼ਿੰਦਗੀ ਵਿੱਚ ਆਉਂਦਾ ਹੈ। ਸਾਧਾਰਨ ਸ਼ਕਤੀਆਂ ਕੁਦਰਤ ਦੀਆਂ ਉਸ ਮਨੁੱਖ ਲਈ ਵੀ ਕੰਮ ਕਰਨ ਲੱਗ ਪੈਂਦੀਆਂ ਨੇ ਜਿਸ ਦੇ ਅੰਦਰ ਇਹ ਤੜਪ ਪ੍ਰਬਲ ਹੋ ਗਈ ਹੋਵੇ। ਕਦੀ ਇਸ ਵਿੱਚੋਂ ਗੁਜ਼ਰ ਕੇ ਦੇਖੋ। ਲੇਕਿਨ ਇਹ ਬੜਾ ਵਿਖੜਾ ਪੈਂਡਾ ਹੈ। ਸਭ ਤੋਂ ਉੱਚੇ ਸਿਖਰ ਤੇ ਪੁੱਜਣਾ, ਪ੍ਰਮਾਤਮਾ ਨਾਲ ਇੱਕ ਹੋਣਾ। ਜਿੰਨੀ ਉਚਾਈ ਤੇ ਜਾਣਾ ਹੈ, ਸੁਭਾਵਕ ਹੈ ਖੱਡਾਂ ਹਮੇਸ਼ਾ ਪਰਬਤਾਂ ਦੇ ਨਾਲ ਹੀ ਹੁੰਦੀਆਂ ਨੇ। ਜਿੰਨੀ ਉੱਚੀ ਚੋਟੀ ਤੇ ਪੁੱਜਣਾ ਹੈ, ਓਨੀ ਸਾਵਧਾਨੀ ਦੀ ਲੋੜ ਹੈ। ਜਿਸ ਵੇਲੇ ਕੁਦਰਤ ਦੀਆਂ ਕੁਝ ਸ਼ਕਤੀਆਂ ਐਸੇ ਵਿਅਕਤੀ ਦੇ ਪਾਸ ਵਰਤਣੀਆਂ ਸ਼ੁਰੂ ਹੁੰਦੀਆਂ ਨੇ, ਸੁਭਾਵਕ ਹੈ ਕੁਝ ਲੋਕ ਖਿੱਚੇ ਹੋਏ ਉਸ ਵੱਲ ਆਉਂਦੇ ਨੇ ਜਿਨ੍ਹਾਂ ਤੇ ਪ੍ਰਭਾਵ ਪੈਂਦਾ ਹੈ। ਉਹਨਾਂ ਅੰਦਰ ਇਹ ਭਾਵਨਾ ਵੀ ਜਾਗਦੀ ਹੈ ਕਿ ਇਸ ਮਨੁੱਖ ਦੀ ਸੇਵਾ ਕੀਤੀ ਜਾਏ। ਨੇੜਤਾ ਪਾਉਣ ਵਾਲੇ ਉਸ ਖਿੱਚ ਵਿੱਚ ਆ ਜਾਂਦੇ ਨੇ। ਕੋਈ ਬੁਰਾਈ ਨਹੀਂ। ਰੱਬ ਨਾਲ ਪਿਆਰ ਕਰਨ ਵਾਲੇ ਦੀ ਸੇਵਾ ਮਿਲੀ, ਵੱਡੇ ਭਾਗਾਂ ਦੀ ਗੱਲ ਹੈ। ਲੇਕਿਨ ਇੱਥੇ ਜਾ ਕੇ ਇੱਕ ਖੱਡ ਹੈ ਬੜੀ ਖਤਰਨਾਕ।
ਜਿਸ ਤੋਂ ਸਾਵਧਾਨ ਰਹਿਣ ਦੀ ਦੋਹਾਂ ਨੂੰ ਹੀ ਜ਼ਰੂਰਤ ਸੀ, ਸੇਵਾ ਕਰਨ ਵਾਲੇ ਨੂੰ ਵੀ, ਕਰਵਾਉਣ ਵਾਲੇ ਨੂੰ ਵੀ। ਜਿਸ ਵੇਲੇ 4 ਆਦਮੀ ਆ ਕੇ ਸਾਹਮਣੇ ਝੁਕਣ ਲੱਗ ਪੈਣ, ਬਹੁਤ ਵਾਰੀ ਇਹ ਮਨ ਇੱਕ ਚਾਲਾਕੀ ਦਾ ਦਾਅ ਖੇਡ ਜਾਂਦਾ ਹੈ, ਇਸ ਨੂੰ ਖੁਦ ਝੁਕਣਾ ਭੁੱਲ ਜਾਂਦਾ ਹੈ। ਇਹ ਆਖਦਾ ਹੁਣ ਤੇ ਦੁਨੀਆ ਤੇਰੇ ਪਿੱਛੇ, ਜਿੱਥੇ ਜਾਏ ਹਜ਼ਾਰਾਂ ਦੀ ਭੀੜ ਲੱਗ ਜਾਂਦੀ ਹੈ ਕਿ ਲੱਖਾਂ ਲੋਕ ਇਕੱਠੇ ਹੋ ਜਾਂਦੇ। ਕਿੰਨੇ ਲੋਕ ਤੇਰੇ ਪੈਰਾਂ 'ਚ ਸਿਰ ਰੱਖਣ ਨੂੰ ਤਿਆਰ ਨੇ। ਤੂੰ ਲੈਣਾ ਹੋਰ ਕੀ ਹੈ, ਦੇ ਆਸ਼ੀਰਵਾਦ। ਇਹ ਜਿਤਨਾ ਪ੍ਰਪੰਚ ਦੁਨੀਆ ਵਿੱਚ ਚੱਲ ਰਿਹਾ ਹੈ, ਉਹ ਇੱਥੇ ਰੁਕੇ ਹੋਏ ਲੋਕਾਂ ਦਾ ਹੈ। ਕਬੀਰ ਜੀ ਨੇ ਅੱਜ ਦੇ ਇਹਨਾਂ ਸ਼ਲੋਕਾਂ ਵਿੱਚ ਜੋ ਪਹਿਲਾ ਸ਼ਲੋਕ ਉਚਾਰਿਆ ਹੈ, 96 ਨੰਬਰ, ਉਹ ਇਸ ਸਟੇਜ ਦਾ ਹੈ। ਜਦੋਂ ਚੇਲੇ ਚਾਟੜੇ ਬਣਾਉਣ ਦੀ ਤ੍ਰਿਸ਼ਨਾ ਬਣ ਗਈ, ਫਿਰ ਮਨੁੱਖ ਚਾਹੁੰਦਾ ਹੁਣ ਹੋਰ ਵੱਧ ਹੋਣ, ਭੇਟਾ ਵੀ ਵੱਧ ਆਵੇ, ਲੋਕ ਵੀ ਵੱਧ ਮੱਥੇ ਟੇਕਣ, ਡੇਰਾ ਵੀ ਵੱਡਾ ਬਣਾ ਲਵਾਂ। ਫਿਰ ਉਹ ਆਪਣੇ ਰਾਹ ਨੂੰ ਭੁੱਲ ਜਾਂਦਾ ਹੈ। ਪਾਖੰਡ ਦੁਨੀਆ ਵਿੱਚ ਪੈਦਾ ਇੰਜ ਹੁੰਦਾ ਹੈ। ਤੁਰਿਆ ਬੜੇ ਚੰਗੇ ਪਾਸੇ ਸੀ, ਕੋਈ ਸ਼ੱਕ ਨਹੀਂ। ਤੜਪ ਜਾਗੀ ਸੀ ਅੰਦਰ, ਪਿਆਸ ਪੈਦਾ ਹੋਈ ਸੀ, ਤਲਾਸ਼ ਵੀ ਸ਼ੁਰੂ ਹੋਈ, ਪਰ ਪ੍ਰਤਾਪ ਬਣਨਾ ਸ਼ੁਰੂ ਹੋ ਗਿਆ ਉਸਦਾ। ਥੋੜੀ ਜਿਹੀ ਸ਼ਕਤੀ ਕੀ ਪਾਈ ਕਿ ਆਲੇ ਦੁਆਲੇ ਅੰਦਰ ਇੱਕ ਖਿੱਚ ਪੈਦਾ ਹੋ ਗਈ। ਜਦੋਂ ਲੋਕ ਝੁਕਣੇ ਸ਼ੁਰੂ ਹੋਏ, ਇਹ ਉੱਥੇ ਹੀ ਰੁਕ ਗਿਆ। ਉੱਪਰੋਂ ਡਿੱਗਾ ਜਾ ਰਿਹਾ ਸੀ, ਉੱਪਰ ਨੂੰ ਡਿੱਗ ਹੇਠਾਂ ਵੱਲ ਪਿਆ। ਹੇਠਾਂ ਵੱਲ ਡਿੱਗਣ ਤੋਂ ਭਾਵ ਹੈ ਜੋ ਇਸ ਅੱਗੇ ਨੱਕ ਰਗੜਦੇ ਨੇ, ਉਹ ਇਸ ਤੋਂ ਬਹੁਤ ਹੇਠਾਂ ਦੀ ਸਟੇਜ ਦੇ ਹੋਣਗੇ। ਇਸ ਦੀ ਸੁਰਤ ਹੁਣ ਸਿਰਜਣਹਾਰ ਨੂੰ ਛੱਡ ਸ਼ਰਧਾਲੂਆਂ ਵੱਲ ਲੱਗ ਗਈ, ਜਿਹੜੇ ਮੇਰੇ ਸ਼ਰਧਾਲੂ ਬਣ ਗਏ। ਬੁਲੰਦੀਆਂ ਤੇ ਜਾਣ ਵਾਲਾ ਖੱਡ ਵਿੱਚ ਡਿੱਗ ਪਿਆ। ਫਿਰ ਉਸ ਦੇ ਸਵਾਦ ਵਿੱਚ ਹੀ ਜ਼ਿੰਦਗੀ ਲੰਘਾ ਜਾਂਦਾ ਹੈ। ਕਈ ਵਾਰੀ ਐਸਾ ਹੁੰਦਾ ਹੈ। ਇੱਕ ਨਾਲ ਨਹੀਂ, ਅਨੇਕਾਂ ਨਾਲ ਹੋਇਆ। ਇੱਕ ਕਥਾ ਆਉਂਦੀ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਕਿ ਹਜ਼ੂਰ ਸੈਰ ਲਈ ਜਾ ਰਹੇ ਨੇ। ਰੋਜ਼ਾਨਾ ਜਾਇਆ ਕਰਦੇ ਸਨ। ਸਿੱਖਾਂ ਦਾ ਇੱਕ ਜਥਾ ਨਾਲ ਹੈ ਕਿ ਸਤਿਗੁਰੂ ਇੱਕ ਜਗ੍ਹਾ ਤੇ ਰੁਕ ਗਏ। ਸੁਭਾਵਕ ਸੀ, ਪਿੱਛੇ ਚੱਲਣ ਵਾਲੀ ਸੰਗਤ ਵੀ ਰੁਕ ਗਈ। ਹਜ਼ੂਰ ਨੇ ਟਿਕਟਕੀ ਲਗਾ ਕੇ ਇੱਕ ਪਾਸੇ ਵੱਲ ਤੱਕਿਆ। ਇੱਕ ਸੱਪ ਪਿਆ ਹੈ ਤੇ ਸਰਪ ਹੈ ਅੱਤ ਦਾ ਜ਼ਖਮੀ। ਜ਼ਖਮੀ ਸਰਪ ਦਾ ਮਾਸ ਕੀੜੀਆਂ ਖਾ ਰਹੀਆਂ ਨੇ। ਸੱਪ ਵੀ ਬੜਾ ਅਜੀਬ ਹੈ। ਇਸ ਦੀ ਜ਼ਿੰਦਗੀ ਵੀ ਦੇਖਣ ਵਾਲੀ ਹੈ ਇਸ ਪੱਖ ਤੋਂ। ਜੇ ਜ਼ਹਿਰ ਉਗਲੇ ਤਾਂ ਫੁੰਕਾਰੇ ਨਾਲ ਵੀ ਨੁਕਸਾਨ ਕਰ ਦੇਵੇ। ਜ਼ਖਮੀ ਹੋ ਜਾਏ ਤੇ ਬਚ ਹੀ ਨਾ ਸਕੇ, ਕੀੜੀਆਂ ਹੀ ਖਾ ਜਾਣ। ਕੀੜੀ ਨੂੰ ਕੁਝ ਕਰ ਸਕਦਾ ਨਹੀਂ। ਜ਼ਖਮੀ ਹੋਇਆ ਸੱਪ ਬਚਦਾ ਨਹੀਂ। ਕੀੜੀਆਂ ਮਾਸ ਨੋਚ ਜਾਂਦੀਆਂ ਨੇ। ਕੀੜੀਆਂ ਮਾਸ ਖਾ ਰਹੀਆਂ ਨੇ, ਇਹ ਤੜਪ ਰਿਹਾ ਹੈ। ਹਜ਼ੂਰ ਰੁਕ ਗਏ ਨੇ। ਸੰਗਤ ਨੇ ਵੀ ਡਿੱਠਾ ਅਧ ਮੋਏ ਸਰਪ ਨੂੰ। ਸਤਿਗੁਰੂ ਰੁਕਣ ਦਾ ਕਾਰਨ ਕੀ? ਸਾਹਿਬ ਆਖਣ ਲੱਗੇ, ਦੇਖ ਰਹੇ ਹੋ? ਹਾਂਜੀ, ਦੇਖ ਰਹੇ ਹਾਂ। ਹਜ਼ੂਰ ਨੇ ਆਖਿਆ, ਕਦੀ ਇੱਕ ਸਾਧ ਸੀ, ਸਾਧ, ਤੇ ਉਹ ਸੀ ਪਾਖੰਡੀ। ਤੁਰਿਆ ਤਾਂ ਠੀਕ ਹੀ ਹੋਵੇਗਾ ਪਹਿਲੇ, ਪਰ ਜਿਸ ਵੇਲੇ ਚੇਲੇ ਚਾਟੜੇ ਮਿਲ ਗਏ, ਫਿਰ ਸਭ ਕੁਝ ਭੁੱਲ ਭੁਲਾ
ਉਹਨਾਂ ਵਿੱਚ ਮਸਤ ਹੋ ਗਿਆ। ਬੜੇ ਲੋਕਾਂ ਦਾ ਧਨ ਮਾਲ ਇਸ ਨੇ ਲੁੱਟਿਆ ਪਾਖੰਡ ਕਰਕੇ। ਤੇ ਜਿਹੜੇ ਲੁਟਾਉਂਦੇ ਰਹੇ ਉਹ ਵੀ ਕੋਈ ਪੁੱਜੀਆਂ ਹਸਤੀਆਂ ਤਾਂ ਨਹੀਂ ਸਨ, ਨਹੀਂ ਤਾਂ ਪਾਖੰਡੀ ਦੇ ਨੇੜੇ ਕਿਉਂ ਆਉਂਦੀਆਂ। ਉਹ ਇਸ ਤੋਂ ਗਏ ਗੁਜ਼ਰੇ ਸਨ। ਖੂਨ ਪਸੀਨੇ ਦੀ ਕਮਾਈ ਇਸ ਅੱਗੇ ਲੁਟਾ ਦਿੱਤੀ। ਇਹ ਮਰ ਕੇ ਸਰਪ ਬਣਿਆ, ਉਹ ਕੀੜੀਆਂ ਬਣੀਆਂ। ਇਹ ਬਦਲਾ ਲਿਆ ਜਾ ਰਿਹਾ ਹੈ, ਮਾਸ ਨੋਚ ਰਹੀਆਂ ਨੇ। ਪਾਖੰਡੀ ਸਾਧ ਹੋਣਾ ਬੇਸ਼ੱਕ ਇਸ ਕਥਾ ਦੇ ਅਰਥ ਹਨ। ਪਾਖੰਡੀ ਸਾਧ ਹੋ ਲੋਕਾਂ ਨੂੰ ਲੁੱਟਣਾ ਵੀ ਇੱਕ ਗੁਨਾਹ ਹੈ। ਲੁੱਟੇ ਜਾਣਾ ਵੀ ਕੋਈ ਪੁੰਨ ਕਰਮ ਨਹੀਂ। ਕੀੜੀਆਂ ਦਾ ਪ੍ਰਕਰਨ ਇੱਥੇ ਤਾਂ ਹੈ ਕਿ ਕੀੜੀਆਂ ਇੱਕ ਜਮਾਤ ਵਿੱਚ ਚਲਦੀਆਂ ਨੇ। ਕੀੜੀਆਂ ਦਾ ਭੌਣ ਹੁੰਦਾ ਹੈ, ਇਕੱਲੀ ਕੀੜੀ ਨਹੀਂ ਰਹਿੰਦੀ। ਭੇਡ ਚਾਲ ਵਾਲੀ ਅਵਸਥਾ ਕੀੜੀਆਂ ਵਿੱਚੋਂ ਵੀ ਦੇਖੀ ਜਾ ਸਕਦੀ ਹੈ। ਸਾਵਧਾਨ, ਪਾਖੰਡੀਆਂ ਦੇ ਪਿੱਛੇ ਭੇਡ ਚਾਲੇ ਚੱਲੋਗੇ ਤਾਂ ਕੀੜੀਆਂ ਬਣ ਕੇ ਮਾਸ ਨੋਚਣ ਦਾ ਵਕਤ ਲਓਗੇ, ਪਰਮਾਤਮਾ ਨਾਲ ਨਹੀਂ ਜੁੜ ਸਕੋਗੇ। ਪਰਮਾਰਥ ਦੇ ਰਸਤੇ ਦੀ ਇੱਕ ਬੜੀ ਵੱਡੀ ਟ੍ਰੈਜਡੀ ਹੈ ਲੋਕਾਂ ਨਾਲ ਵਰਤਦੀ, ਜਿਹੜੇ ਸਾਵਧਾਨ ਨਹੀਂ ਰਹਿੰਦੇ। ਕਬੀਰ ਜੀ ਨੇ ਉਸ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਪਰਮਾਤਮਾ ਨੂੰ ਮਿੱਤਰ ਨਾ ਬਣਾਇਆ, ਉਸ ਤੋਂ ਉਰੇ ਰੁਕ ਗਏ ਤੇ ਕੀਤਾ ਕੀ, ਚੇਲੇ ਚਾਟੜੇ ਬੜੇ ਬਣਾ ਲਏ। ਕਬੀਰ ਸਿੱਖ ਸਾਖਾ ਬਹੁਤੇ ਕੀਏ। ਔਰ ਦੁਨੀਆ ਦਾ ਪੈਮਾਨਾ ਬੜਾ ਅਜੀਬ ਹੈ। ਜਿਹਦੇ ਪਾਸ ਚੇਲੇ ਵਧੇਰੇ ਉਹ ਸੰਤ ਵੱਡਾ। ਜੇ ਮੇਰੇ ਨਾਲ 10 ਚਮਟੇ ਵਜਾਉਣ ਵਾਲੇ ਨੇ, ਦੂਜੇ ਨੇ ਪਾਸ 15 ਨੇ, ਉਹ ਵੱਡਾ ਹੈ। ਚਮਟਾ ਇੱਕ ਵੀ ਕਾਫੀ ਸੀ ਤਾਲ ਦੇਣ ਵਾਸਤੇ। ਕੀਰਤਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਬੁਲੰਦੀਆਂ ਤੇ ਪਹੁੰਚਾਇਆ ਸੁਰ ਤਾਲ ਵਿੱਚ। ਤੰਤੀ ਸਾਜ਼ ਭਾਈ ਮਰਦਾਨਾ ਜੀ ਦੇ ਪਾਸ ਰਬਾਬ ਵਜਾਉਂਦੇ। ਇਹ ਤਾਂ ਮਾਲਕ ਦੀ ਬੜੀ ਕਿਰਪਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਜ਼ਮੀ ਕਰ ਦਿੱਤਾ ਹੈ ਹੁਣ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਹੋਵੇਗਾ, ਨਾਲ ਤੰਤੀ ਸਾਜ਼ ਲਾਜ਼ਮੀ ਹੈ। ਨਹੀਂ ਤੇ ਅਸੀਂ ਬਾਰੀਕੀਆਂ ਛੱਡੀ ਜਾ ਰਹੇ ਹਾਂ। ਨਾ ਰਾਗ ਸਿੱਖਣ ਦੀ ਜ਼ਰੂਰਤ, ਨਾ ਤਾਨਾਂ ਦਾ ਅਭਿਆਸ ਕਰਨ ਦੀ ਲੋੜ। ਸਿੱਧੀ ਧਾਰਨਾ ਮਨ ਮਰਜ਼ੀ ਦੀ ਲਾਓ, ਉਹ ਵੀ ਗੁਰਬਾਣੀ ਵਿੱਚੋਂ ਹੋਵੇ ਨਾ ਹੋਵੇ। ਮੈਨੂੰ ਯਾਦ ਹੈ ਇੱਕ ਘਟਨਾ, ਉਹ ਵੀ ਇਸ ਮੁਲਕ ਦੀ, UK ਦੀ। ਇੱਕ ਵਿਅਕਤੀ ਨੇ ਕੀਰਤਨ ਸ਼ੁਰੂ ਕੀਤਾ। ਦਰਅਸਲ ਉਹ ਕੀਰਤਨੀਆ ਨਹੀਂ ਸੀ, ਪਰ ਕਿਸੇ ਮਹਾਂਪੁਰਸ਼ ਦੇ, ਸਾਧੂ ਨੂੰ, ਕਿਸੇ ਨੂੰ ਮੰਨਣ ਵਾਲਾ। ਉਸ ਦੇ ਦਿਹਾੜੇ 'ਤੇ ਮੈਂ ਵੀ ਸ਼ਬਦ ਪੜ੍ਹਨਾ। ਸ਼ਬਦ ਤਾਂ ਨਹੀਂ ਸੀ, ਉਹ ਧਾਰਨਾ ਸੀ। ਦੀਵਾਨ ਵਿੱਚ ਬੜੀਆਂ ਸੰਗਤਾਂ ਸਨ, ਮੈਂ ਵੀ ਹਾਜ਼ਰ ਸਾਂ। ਧਾਰਨਾ ਉਸਨੇ ਲਾਈ, ਨਾਮ ਨਾ ਜਪੇਂਗੀ ਜੇਬਾ ਮੇਰੀਏ, ਨਾਮ ਨਾ ਜਪੇ ਜੇ ਜੇਬਾ ਮੇਰੀਏ, ਤੇ ਤਿਲ ਤਿਲ ਤੈਨੂੰ ਕੱਟੀਏ। ਸੰਗਤਾਂ ਪਿੱਛੇ ਬੋਲਣ ਲੱਗ ਪਈਆਂ। ਝੂਮ ਕੇ 2 ਵਾਰੀ ਆਖਣ ਤੋਂ ਬਾਅਦ ਉਹਨੇ ਫਿਰ ਧਾਰਨਾ ਲਾਈ, ਮੇਰੇ ਪਿਆਰੇ ਤਿਲ ਤਿਲ ਤੈਨੂੰ ਕੱਟੀਏ, ਮੇਰੇ ਪਿਆਰੇ ਤਿਲ ਤਿਲ ਤੈਨੂੰ ਕੱਟੀਏ। ਅੱਧੇ ਕੁ ਲੋਕ ਹੱਸ ਪਏ, ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਪਿੱਛੇ ਬੋਲਦੇ ਰਹੇ। ਅਸੀਂ ਕੀਰਤਨ ਦਾ ਸਟੈਂਡਰਡ ਕਿੱਥੇ ਲੈ ਗਏ ਹਾਂ, ਕਿੱਥੇ ਸੀ? ਸਰੰਦਾ ਕਦੀ ਵਜਾ ਕੇ ਕੀਰਤਨ ਸਤਿਗੁਰੂ ਆਪ ਕਰਦੇ, ਰਬਾਬ ਨਾਲ ਕੀਰਤਨ ਹੁੰਦਾ। ਸਭ ਕੁਝ ਛੱਡ ਕੇ ਅਸੀਂ ਕੀਰਤਨ ਦੀ ਪ੍ਰਥਾ ਵੀ ਵਿਗਾੜ ਲਈ। ਖੈਰ ਇਹ ਵੱਖਰਾ ਸਬਜੈਕਟ ਹੈ।
ਪਰ ਕੇਵਲ ਭੇਖ ਦੇ ਪੁਜਾਰੀ ਬਣਦੇ ਜਾ ਰਹੇ ਹਾਂ। ਕਬੀਰ ਜੀ ਕਹਿੰਦੇ ਨੇ, ਦੁਨੀਆ ਵਿੱਚ ਇਹ ਮੈਂ ਆਮ ਦੇਖਦਾ ਹਾਂ। ਪਰਮਾਤਮਾ ਦੀ ਮਿੱਤਰਤਾ ਤਾਂ ਭੁਲਾ ਦਿੱਤੀ, ਚੇਲੇ ਚਾਟੜੇ ਬਣਾਉਣ ਵਿੱਚ ਲੱਗ ਗਏ। ਜਿੰਨੇ ਵਧੇਰੇ ਚੇਲੇ ਉਹਨੇ ਸੰਤ ਵੱਡੇ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ। ਯਾਤਰਾ ਸ਼ੁਰੂ ਤਾਂ ਠੀਕ ਕੀਤੀ ਸੀ, ਇਹ ਸਾਰੀ ਵਿਚਾਰ ਆਪਾਂ ਅੱਜ ਇਸੇ ਗੱਲ ਤੇ ਕੀਤੀ ਹੈ ਹੁਣ ਤੱਕ। ਚਾਲੇ ਥੇ ਹਰ ਮਿਲਨ ਕੋ, ਲੇਕਿਨ ਕਿੱਡੀ ਵੱਡੀ ਬਦਕਿਸਮਤੀ ਹੋਵੇਗੀ, ਕਿਸੇ ਮੰਜ਼ਿਲ ਵੱਲ ਕੋਈ ਪਾਂਧੀ ਤੁਰਿਆ ਹੋਵੇ ਤੇ ਰਾਹ ਵਿੱਚ ਹੀ ਬੈਠ ਜਾਏ। ਉਸੇ ਨੂੰ ਮੁਕਾਮ ਸਮਝ ਕੇ ਕਿਸੇ ਪੜਾਅ ਨੂੰ ਜੋ ਰੁਕ ਗਿਆ, ਉਹ ਮੰਜ਼ਿਲ ਤੇ ਕਿਵੇਂ ਪੁੱਜੇਗਾ? ਇਹਨਾਂ ਤੇ ਵੀ ਤਰਸ ਆਉਂਦਾ ਹੈ। ਭਗਤ ਕਬੀਰ ਜੀ ਕਹਿ ਰਹੇ ਹਨ, ਚਾਲੇ ਥੇ ਹਰ ਮਿਲਨ ਕੋ, ਬੀਚੈ ਅਟਕਿਓ ਚੀਤ। ਹੁਣ ਚੇਲੇ ਚਾਟੜਿਆਂ ਤੋਂ ਪੂਜਾ ਕਰਾਉਣ ਵਿੱਚ ਉਲਝ ਗਏ, ਮਾਲਕ ਦੀ ਇਬਾਦਤ ਤੇ ਪ੍ਰੇਮ ਭੁੱਲ ਗਿਆ, ਪਾਖੰਡ ਸ਼ੁਰੂ ਹੋ ਗਿਆ। ਚਿੱਤ ਦੇ ਟਿਕਾ ਦੀ ਅਵਸਥਾ ਹਾਸਲ ਨਾ ਹੋ ਸਕੀ, ਬੀਚੈ ਅਟਕਿਓ ਚੀਤ। ਇਸ ਤੋਂ ਅਗਲਾ ਸ਼ਲੋਕ ਹੈ, ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨ ਕਰੈ ਸਹਾਏ। ਜਿਹ ਜਿਹ ਡਾਲੀ ਪਗ ਧਰਉ, ਸੋਈ ਮੁਰ ਮੁਰ ਜਾਏ। ਹੁਣ ਦੁਨੀਆ ਜੇ ਇਹਨਾਂ ਪਾਖੰਡੀਆਂ ਦੇ ਪਾਸ ਜਾ ਰਹੀ ਹੈ ਤਾਂ ਸਾਵਧਾਨ ਹੋਣ ਦੀ ਜ਼ਰੂਰਤ ਹੈ, ਔਰ ਕਬੀਰ ਜੀ ਸਾਵਧਾਨ ਕਰ ਰਹੇ ਨੇ। ਕਹਿੰਦੇ ਨੇ, ਪਹੁੰਚਣਾ ਸੀ ਉੱਚੀ ਚੋਟੀ ਤੇ, ਰੁੱਖਾਂ ਦੀਆਂ ਡਾਲੀਆਂ ਦਾ ਆਸਰਾ ਲੈ ਕੇ ਕਦੀ ਇਸ ਨੂੰ ਹੱਥ ਪਾ, ਇਸ ਤੇ ਪੈਰ ਧਰ, ਹੌਲੀ ਹੌਲੀ ਉੱਚੀ ਚੋਟੀ ਤੇ ਚੜ੍ਹਨਾ ਸੀ। ਪਰ ਜੇ ਡਾਲੀ ਉਹ ਪਕੜੋ ਜਿਹੜੀ ਕਮਜ਼ੋਰ ਹੋਵੇ ਤਾਂ ਚੋਟੀ ਤੇ ਨਹੀਂ ਪਹੁੰਚ ਸਕੋਗੇ, ਉਹ ਮੁੜ ਗਈ। ਇਉਂ ਹੀ ਇਨਸਾਨੀ ਜ਼ਿੰਦਗੀ ਵਿੱਚ ਪ੍ਰਭੂ ਦੇ ਚਰਨਾਂ ਤੱਕ ਪਹੁੰਚਣਾ ਸੀ ਤੇ ਵਸੀਲਾ ਜੋ ਖੋਜਿਆ ਉਹ ਵਿਚਾਰਾ ਆਪ ਕਮਜ਼ੋਰ। ਸਾਧ ਸੰਗਤ ਹੀ ਹੈ ਵਸੀਲਾ ਤਾਂ, ਪਰ ਸਾਧ ਮਿਲ ਗਿਆ ਚੇਲੇ ਚਾਟੜੇ ਬਣਾਉਣ ਵਾਲਾ ਹੀ, ਜਿਸ ਨੇ ਆਪਾ ਵੀ ਸਾਧਿਆ ਨਹੀਂ, ਵਿਚਕਾਰ ਰੁਕ ਗਿਆ ਹੈ। ਪਰਮਾਤਮਾ ਤੱਕ ਪਹੁੰਚ ਕਿਵੇਂ ਬਣੇਗੀ? ਇਹੀ ਸਿਧਾਂਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ। ਪਰਮਾਤਮਾ ਦੀ ਕਿਰਪਾ ਕਿਉਂ ਮੰਗਦੇ ਆ? ਕੇਵਲ ਕਾਰਨ ਕੰਮ ਨਹੀਂ ਆਉਂਦੇ, ਸਹਾਇਤਾ ਨਹੀਂ ਕਰਦੇ। ਜਿਸ ਡਾਲੀ ਤੇ ਪੈਰ ਧਰਦੇ ਹੋ ਉਹੀ ਮੁੜ ਜਾਂਦੀ ਹੈ। ਕਈ ਵਾਰੀ ਮਨੁੱਖ ਨੂੰ ਘਬਰਾਇਆ ਹੋਇਆ ਦੇਖੋਗੇ, ਜਿਹੜੇ ਕੰਮ ਨੂੰ ਹੱਥ ਪਾਉਣਾ ਉਸੇ ਵਿੱਚ ਹੀ ਫੇਲ ਹੋ ਜਾਂਦਾ, ਕਾਮਯਾਬੀ ਮਿਲਦੀ ਕੋਈ ਨਹੀਂ। ਤੇ ਆਖਣਾ ਪਏਗਾ ਪਰਮਾਤਮਾ ਦੀ ਸਹਾਇਤਾ ਮੰਗ। ਇਕੱਲੇ ਵਸੀਲੇ ਕੰਮ ਨਹੀਂ ਆਉਂਦੇ, ਵਸੀਲਿਆਂ ਦਾ ਮਾਲਕ ਵੀ ਮਦਦ ਕਰੇ, ਗੱਲ ਤਾਂ ਬਣਦੀ ਹੈ। ਸਾਧੂ ਵਸੀਲਾ ਹੈ, ਲੇਕਿਨ ਜੇ ਭੇਖ ਵਿੱਚ ਹੀ ਹੈ ਕੇਵਲ ਗੱਲ, ਤੂੰ ਪੂਜਾ ਕਰ, ਪਰਮਾਤਮਾ ਤੱਕ ਪਹੁੰਚਣਾ ਚਾਹੇ ਤਾਂ ਸੁਣ ਭੱਟਾਂ ਦੀ ਗੱਲ। ਭੱਟ ਆਖਦੇ ਨੇ, ਰਹਿਓ ਸੰਤ ਹੋਂ ਟੋਲ, ਸਾਧ ਬਹੁਤੇਰੇ ਡਿਠੇ। ਸੰਨਿਆਸੀ ਤਪੱਸੀਐ, ਮੁਖੋਂ ਏ ਪੰਡਿਤ ਮਿੱਠੇ। ਬਰਸ ਏਕ ਹੋਂ ਫਿਰਿਓ, ਕਿਨੇ ਨਹੁ ਪਰਚੋ ਲਾਇਓ। ਕਹਿਤੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਾਣੀਆਂ ਬੜੀਆਂ ਸੁਣੀਆਂ, ਗੱਲਾਂ ਬੜੀਆਂ ਮਿੱਠੀਆਂ, ਰਹਿਤ ਬਿਲਕੁਲ ਹੀ ਨਹੀਂ, ਜੀਵਨ ਬਿਲਕੁਲ ਜ਼ੀਰੋ, ਕੋਈ ਖੁਸ਼ੀ ਨਾ ਮਿਲੀ। ਆਪ ਭਟਕੇ ਹੋਏ ਸਾਨੂੰ ਮੰਜ਼ਿਲ ਤੇ ਕੀ ਪਹੁੰਚਾਉਣਗੇ? ਚੇਲੇ ਚਾਟੜੇ ਬਣਾਉਣ ਵਾਲੇ ਸਾਧ ਕਮਜ਼ੋਰ ਟਾਹਣੀਆਂ ਨੇ,
ਪੈਰ ਧਰੋਗੇ ਉਹ ਖੁਦ ਸਵਾਰਥ ਵਿੱਚ ਕਮਜ਼ੋਰ ਨੇ, ਟਹਿਣੀ ਟੁੱਟਦੀ ਜਾਏਗੀ। ਨਹੀਂ ਤੇ ਇੰਨੀ ਦੁਨੀਆ ਜਿਹੜੀ ਪਿੱਛੇ ਫਿਰਦੀ ਏ ਸਾਰੀ ਰੱਬ ਦਾ ਮਿਲਾਪ ਹਾਸਲ ਕਰ ਲੈਂਦੀ। ਜੇ ਉਹ ਆਨੰਦ ਦੀ ਅਵਸਥਾ ਨਹੀਂ ਮਿਲ ਰਹੀ ਤਾਂ ਕੋਈ ਕਾਰਨ ਤਾਂ ਹੋਵੇਗਾ। ਕਬੀਰ ਜੀ ਕਹਿੰਦੇ ਨੇ ਕਾਰਨ ਸਪਸ਼ਟ ਹੈ। ਇਹ ਸਾਧਨ ਕੀ ਕਰਨ? ਪਰਮਾਤਮਾ ਤੋਂ ਕਿਰਪਾ ਮੰਗ, ਉਸ ਦੀ ਰਹਿਮਤ ਬਿਨ ਗੱਲ ਬਣਨ ਵਾਲੀ ਨਹੀਂ। ਜਿਹੜੀ ਡਾਲੀ ਨੂੰ ਵੀ ਦੇਖਿਆ ਸੀ ਸਹਾਰਾ ਬਣੇਗੀ, ਪੈਰ ਧਰਿਆ, ਡਾਲੀ ਕਮਜ਼ੋਰ ਸੀ, ਟੁੱਟ ਗਈ, ਫਿਰ ਡਿੱਗਾ। ਪਾਖੰਡੀਆਂ ਦੇ ਪਿੱਛੇ ਲੱਗ ਕੇ ਖਬਰੇ ਕਿੰਨੇ ਜੀਵਨ ਤੱਕ ਭਟਕਲੇ ਜੀਵ ਫਿਰ ਰਹੇ ਹਨ। ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨ ਕਰੈ ਸਹਾਏ, ਜਿਹ ਜਿਹ ਡਾਲੀ ਪਗ ਧਰੋਂ ਸੋਈ ਮੁਰਮੁਰ ਜਾਏ। ਹੁਣ ਉਹ ਡਾਲੀਆਂ ਦੀ ਅਵਸਥਾ ਸਰੂਪ ਵੀ ਕਬੀਰ ਸਾਹਿਬ ਨੇ ਬਿਆਨ ਕਰ ਦਿੱਤਾ ਹੈ। ਕਬੀਰ ਅਵਰਹ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ, ਖਾਇਆ ਕਰ ਕਾ ਖੇਤ। ਉਪਦੇਸ਼ ਬੜੀ ਕੀਮਤੀ ਬਾਤ ਹੈ। ਉਪਦੇਸ਼ ਦੀ ਬੜੀ ਮਹਾਨਤਾ ਹੈ। ਦੁਨੀਆ ਵਿੱਚ ਉਪਦੇਸ਼ ਹੈ ਤਾਂ ਅਨੇਕਾਂ ਲੋਕਾਂ ਦਾ ਜੀਵਨ ਸੰਵਰ ਰਿਹਾ ਹੈ, ਅਨੇਕਾਂ ਨੂੰ ਲਾਭ ਮਿਲ ਰਿਹਾ ਹੈ। ਲੇਕਿਨ ਉਪਦੇਸ਼ ਦੇ ਸੰਬੰਧ ਵਿੱਚ ਵੀ ਬੜੀ ਸਾਵਧਾਨੀ ਦੀ ਜ਼ਰੂਰਤ ਹੈ। ਉਪਦੇਸ਼ਕ ਕੈਸਾ ਹੋਵੇ, ਪਹਿਲਾਂ ਇਸ ਨੂੰ ਸਮਝੀਏ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਹਨ। ਆਖ ਸੁਣਾਉਣ ਦੀ ਗੱਲ ਉਹਨਾਂ ਬਾਅਦ ਵਿੱਚ ਲਿਖੀ, ਪਹਿਲਾਂ ਸੀ ਆਪਣੇ ਅੰਦਰ ਅੰਮ੍ਰਿਤ ਦਾ ਰਸ ਹੋਵੇ, ਉਹ ਮਿਠਾਸ ਜ਼ਿੰਦਗੀ ਵਿੱਚ ਘੁਲੀ ਹੋਈ ਹੋਵੇ। ਜੇ ਬੋਲੇ ਤਾਂ ਰਸਨਾ ਤੋਂ ਨਿਕਲਣ ਵਾਲੇ ਬਚਨ ਅੰਮ੍ਰਿਤਮਈ ਹੋਣ, ਮਿਠਾਸਾਂ ਵੰਡਣ ਵਾਲੇ ਹੋਣ। ਜੇ ਦ੍ਰਿਸ਼ਟੀ ਕਿਧਰੇ ਪਾਏ ਤੇ ਉਸ ਵਿੱਚੋਂ ਵੀ ਅੰਮ੍ਰਿਤ ਵਰਸੇ, ਤੱਕਣੀ ਵਿੱਚ ਵੀ ਕੋਈ ਰਸ ਹੋਵੇ। ਉਹ ਤਾਂ ਹੀ ਹੋਵੇਗਾ ਜੇ ਅੰਦਰ ਹੈ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਅਗਾਂਹ ਹਜ਼ੂਰ ਨੇ ਆਖਿਆ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾ ਬਣਿਆ। ਸਧਾਰਨ ਬਚਨਾਂ ਵਿੱਚੋਂ ਵੀ ਰੱਬੀ ਕਥਾ ਹੀ ਝਲਕੇ ਤੇ ਦੂਜਿਆਂ ਨੂੰ ਵੀ ਸੁਣਾਏ, ਉਪਦੇਸ਼ ਹੋ ਗਿਆ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਆਪ ਚੱਲੇ, ਦੂਜਿਆਂ ਨੂੰ ਚਲਾਏ। ਜੇ ਗੱਲ ਹੋ ਗਈ ਉਲਟੀ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ, ਜਮਪੁਰ ਬਾਧਾ ਚੋਟਾਂ ਖਾਵੇ। ਅੰਦਰ ਜ਼ਹਿਰ ਭਰੀ ਹੈ, ਮੁਖ ਤੋਂ ਮਿੱਠੇ ਬੋਲ ਬੋਲਦਾ ਹੈ। ਉਪਦੇਸ਼ ਦੀ ਗੱਲ ਤਾਂ ਇੱਕ ਪਾਸੇ, ਸਧਾਰਨ ਜ਼ਿੰਦਗੀ ਵਿੱਚ ਵੀ ਅੰਦਰ ਕਪਟ ਹੈ, ਬਾਹਰੋਂ ਮਿੱਠੇ ਬੋਲ ਬੋਲ ਕੇ ਦੂਜੇ ਨੂੰ ਫੁਸਲਾ ਰਿਹਾ ਹੈ। ਇਹ ਵੀ ਜਮਾਂ ਦੀਆਂ ਚੋਟਾਂ ਖਾਣ ਦਾ ਅਧਿਕਾਰੀ ਬਣੇਗਾ। ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰੱਬ ਨਾਲ ਕੋਈ ਧੋਖਾ ਨਹੀਂ ਚੱਲੇਗਾ। ਜਨ ਨਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ,
जिसके अंतर बसै निरंकार, तिसकी सीख तरह संसार। जिसने ਆਪਣੇ ਅੰਦਰ ਨਿਰੰਕਾਰ ਨੂੰ ਵਸਾ ਲਿਆ, ਵਸਦਾ ਤਾਂ ਹੈ ਹੀ, ਭਾਵ ਹੈ ਜਾਣ ਲਿਆ। ਉਸ ਦੇ ਰੰਗ ਵਿੱਚ ਜੋ ਪ੍ਰਾਣੀ ਖੁਦ ਰੰਗਿਆ ਗਿਆ, ਫਿਰ ਉਹ ਦੂਜਿਆਂ ਨੂੰ ਦੇਵੇ ਉਪਦੇਸ਼, ਤੇ ਉਸ ਦੀ ਸਿੱਖਿਆ ਨਾਲ ਸੰਸਾਰ ਦਾ ਉਧਾਰ ਹੁੰਦਾ ਹੈ, ਭਲਾ ਹੁੰਦਾ ਹੈ। ਜੇ ਅਵਰਹ ਕੋ ਉਪਦੇਸ਼ਤੇ ਦੀ ਅਵਸਥਾ ਤਾਂ ਸੀ, ਪਰ ਆਪ ਕਮਾਉਣ ਦੀ ਨਹੀਂ, ਫਿਰ ਗੱਲ ਹੋਰ ਹੈ। ਮੁਖ ਮੈਂ ਪਰ ਹੈ ਰੇਤ। ਰੇਤ ਵੀ ਬੜੀ ਅਜੀਬ ਹੈ। ਰੇਤ ਦੇ ਸੁਭਾਅ ਨੂੰ ਦੇਖੋ ਤਾਂ ਬੜੀਆਂ ਕਮਜ਼ੋਰੀਆਂ ਦਿਸਣਗੀਆਂ। ਸਭ ਤੋਂ ਪਹਿਲੀ ਗੱਲ ਹੈ ਕਿ ਰੇਤ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰਦੀ ਹੀ ਨਹੀਂ। ਸਦੀਆਂ ਤੱਕ ਇਸ ਨੂੰ ਪਾਣੀ ਵਿੱਚ ਰੱਖ ਛੱਡੋ, ਬਾਹਰ ਕੱਢਣ ਦੀ ਦੇਰ ਹੈ, ਦੇਖੋਗੇ ਪਲ ਵਿੱਚ ਸੁੱਕੀ ਹੈ, ਕਿਉਂਕਿ ਪਾਣੀ ਅੰਦਰ ਨਹੀਂ ਰਮਣ ਦਿੰਦੀ, ਅੰਦਰ ਨਹੀਂ ਪ੍ਰਵੇਸ਼ ਕਰਨ ਦਿੰਦੀ। ਪੱਥਰ ਵਾਲਾ ਹੀ ਸੁਭਾਅ ਹੈ ਰੇਤ ਦਾ, ਤੇ ਬਹੁਤ ਦੂਰ ਤੱਕ ਇਹ ਪੱਥਰ ਦੀ ਹੀ ਅੰਸ਼ ਹੈ। ਦੂਜਿਆਂ ਨੂੰ ਉਪਦੇਸ਼ ਦਿੰਦਾ ਰਿਹਾ, ਲੇਕਿਨ ਆਪਣੇ ਅੰਦਰ ਉਸ ਦਾ ਪ੍ਰਵੇਸ਼ ਨਾ ਹੋਣ ਦਿੱਤਾ। ਉਪਦੇਸ਼ ਬਾਹਰ ਰਹਿ ਗਿਆ, ਪ੍ਰਵੇਸ਼ ਅੰਦਰ ਨਾ ਹੋਇਆ, ਤਾਂ ਰੇਤ ਫੱਕਣ ਵਾਲੀ ਗੱਲ ਸੀ। ਇਹ ਇੱਕ ਮੁਹਾਵਰਾ ਹੈ, ਰੇਤ ਫੱਕਣੀ। ਰੇਤ ਵਿੱਚ ਕੋਈ ਰਸ ਨਹੀਂ, ਰੇਤ ਅੰਦਰ ਕੁਝ ਵੀ ਨਹੀਂ, ਰੁੱਖਾਪਣ ਹੀ ਹੈ। ਇਸ ਰੁੱਖੇਪਣ ਦੇ ਕਾਰਨ ਰੇਤ ਵਿੱਚ ਇੱਕ ਹੋਰ ਕਮਜ਼ੋਰੀ ਹੈ। ਰੇਤ ਦੇ ਕਣ ਏਕਾ ਕਰਨ ਵਾਲੇ ਨਹੀਂ, ਕਿ ਇਹਨਾਂ ਦੋ ਕਣਾਂ ਨੂੰ ਇੱਕ ਕਰ ਲਓਗੇ, ਇਹ ਇਕੱਠੇ ਹੋ ਜਾਣਗੇ, ਨਹੀਂ। ਇਸ ਲਈ ਇਕੱਲੀ ਰੇਤ ਦਾ ਪਲਸਤਰ ਕਰ ਲਓਗੇ, ਕਦੀ ਨਹੀਂ ਹੋਏਗਾ। ਨੀਹਾਂ ਵਿੱਚ ਪਾ ਲਓਗੇ ਜਾਂ ਇੱਟਾਂ ਨਾਲ ਲਗਾ ਲਓਗੇ, ਸੀਮੈਂਟ ਪਾਉਣਾ ਪੈਂਦਾ ਹੈ। ਰੇਤ ਪਾਸ ਕਠੋਰਤਾ ਹੈ, ਏਕਤਾ ਨਹੀਂ। ਰੱਬ ਦਾ ਪਿਆਰਾ ਤਾਂ ਸੰਸਾਰ ਵਿੱਚ ਇੱਕ ਨੂਰ ਨੂੰ ਦੇਖ ਕੇ ਏਕਤਾ ਨੂੰ ਪਹਿਚਾਣਦਾ ਵੀ ਹੈ, ਪ੍ਰਚਾਰਦਾ ਵੀ ਹੈ। ਲੇਕਿਨ ਜੋ ਟੁੱਟਾ ਹੋਇਆ ਉਹ ਧਰਮ ਦੇ ਨਾਂ 'ਤੇ ਵੀ ਲੋਕਾਂ ਵਿੱਚ ਵੰਡੀਆਂ ਪਾਵੇਗਾ। ਰੇਤ ਵਾਲਾ ਔਗਣ ਉਸ ਦੇ ਉਪਦੇਸ਼ ਵਿੱਚੋਂ ਵੀ ਤੁਸੀਂ ਲੱਭ ਸਕਦੇ ਹੋ। ਈਰਖਾ ਫੈਲਾ ਸਕਦਾ ਹੈ, ਰੁੱਖਾਪਣ ਭਰ ਸਕਦਾ ਹੈ, ਪ੍ਰੇਮ ਨਹੀਂ। ਰੇਤ ਦੀ ਕਮਜ਼ੋਰੀ ਹੈ, ਔਰ ਖੁਦ ਵੀ ਉਹ ਰਸ ਤੋਂ ਹੀਣ ਹੈ। ਰੇਤ ਫੱਕਣ ਵਾਲੇ ਅੰਦਰ ਕੀ ਰਸ ਹੋਵੇਗਾ? ਲੱਖ ਗੱਲਾਂ ਉਪਦੇਸ਼ ਦੀਆਂ ਕਰੇ, ਲੇਕਿਨ ਫੱਕਦਾ ਰੇਤ ਹੀ ਹੈ। ਨਾ ਆਪਣੇ ਅੰਦਰ ਕੋਈ ਰਸ, ਨਾ ਰਸ ਕਿਸੇ ਅੰਦਰ ਭਰ ਸਕੇਗਾ। ਇਹ ਉਹ ਮਨੁੱਖ ਦੀ ਅਵਸਥਾ ਹੈ ਜੋ ਅਵਰਹ ਕੋ ਉਪਦੇਸ਼ ਕਰਦਾ ਹੈ, ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਆਪ ਕਮਾਉਂਦਾ ਨਹੀਂ। ਕਬੀਰ ਜੀ ਕਹਿੰਦੇ ਨੇ, ਕੀ ਅਰਥ ਹੈ ਇਸ ਦੇ ਉਪਦੇਸ਼ ਦਾ? ਦੁਨੀਆ ਵਿੱਚ ਈਰਖਾ, ਵਿਖਾਦ, ਧਰਮ ਦੇ ਨਾਂ 'ਤੇ ਲੜਾਈਆਂ, ਝਗੜੇ, ਮਾਰ ਕੁੱਟ, ਇਹ ਤਾਂ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ। ਧਾਰਮਿਕ ਬੰਦਾ ਤਾਂ ਇੱਕ ਬੜਾ ਉੱਤਮ ਇਨਸਾਨ ਹੁੰਦਾ ਹੈ, ਲੇਕਿਨ ਧਰਮ ਦੇ ਪਰਦੇ ਵਿੱਚ ਜਿੰਨੀ ਨਫ਼ਰਤ ਫੈਲਾਉਣ ਵਾਲੇ ਲੋਕ ਨੇ, ਇਹਨਾਂ ਤੋਂ ਸਾਵਧਾਨ ਰਹਿਣਾ। ਇਹ ਖੁਦ ਵੀ ਰੇਤ ਫੱਕ ਰਹੇ ਨੇ, ਲੋਕਾਂ ਦੀਆਂ ਅੱਖਾਂ ਵਿੱਚ ਰੇਤ ਪਾ ਰਹੇ ਨੇ, ਸੱਚ ਦਿਖੇ ਨਾ। ਕਬੀਰ ਅਵਰਹ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ, ਖਾਇਆ ਕਰ ਕਾ ਖੇਤ। ਜੇ ਇੱਥੋਂ ਤੱਕ ਵੀ ਸੀਮਤ ਰਹਿ ਜਾਏ ਕਿ ਉਪਦੇਸ਼ ਜੋ ਕਰ ਰਿਹਾ ਹੈ ਉਹ ਠੀਕ, ਉਹ ਬਚਨ ਸਿੱਖ ਲਏ ਨੇ,
ਲੇਕਿਨ ਕਮਾਏ ਨਾ ਤਾਂ ਵੀ ਵੱਧ ਤੋਂ ਵੱਧ ਕੀ ਕਰ ਰਿਹਾ ਹੈ? ਲੋਕਾਂ ਨੂੰ ਆਵਾਜ਼ਾਂ ਦਿੰਦਾ ਹੈ, ਭਾਈ ਆਪਣੇ ਖੇਤਾਂ ਦੀ ਰਾਖੀ ਕਰੋ, ਜੰਗਲੀ ਪਸ਼ੂ ਕਿਧਰੇ ਉਜਾੜ ਨਾ ਜਾਣ, ਫਸਲ ਬਰਬਾਦ ਨਾ ਕਰ ਦੇਣ, ਜ਼ਿੰਦਗੀ ਬਚਾ ਲਓ। ਆਪਣੇ ਖੇਤ ਦਾ ਪਤਾ ਹੀ ਨਹੀਂ, ਉਹ ਉਜੜ ਰਿਹਾ ਹੈ। ਕੋਈ ਸੁਣ ਕੇ ਸ਼ਾਇਦ ਪਹਿਰੇਦਾਰ ਜਾਗ ਵੀ ਜਾਏ, ਆਪਣੀ ਖੇਤੀ ਬਚਾ ਲੈ, ਪਰ ਇਸ ਜਗਾਉਣ ਵਾਲੇ ਨੂੰ, ਦੂਜਿਆਂ ਨੂੰ ਪ੍ਰੇਰਨਾ ਕਰਨ ਵਾਲੇ ਨੂੰ ਆਪਣੀ ਖੇਤੀ ਦਾ ਪਤਾ ਹੀ ਨਹੀਂ। ਐਸੇ ਜੀਵਨ ਨੂੰ ਤੇ ਉਪਦੇਸ਼ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ। ਹਜ਼ਰਤ ਸੁਲਤਾਨ ਬਾਹੂ ਨੇ ਆਖਿਆ ਹੈ, ਐਸੇ ਲੋਕ, ਐਸੇ ਪ੍ਰਾਣੀ ਦੋਹਾਂ ਜਹਾਨਾਂ ਵਿੱਚ ਹੀ ਖੁਦ ਲੁੱਟੇ ਗਏ। ਹਾਲਾਂਕਿ ਬੜੇ ਵਿਦਵਾਨ ਸਨ, ਵਿਦਿਆ ਪ੍ਰਾਪਤ ਕੀਤੀ, ਲੋਕਾਂ ਨੂੰ ਸੁਣਾਉਂਦੇ ਰਹੇ, ਕਮਾਇਆ ਕੁਝ ਵੀ ਨਾ। ਹਜ਼ਰਤ ਸੁਲਤਾਨ ਬਾਹੂ ਲਿਖਦੇ ਨੇ, ਹੇ ਹਾਫਜ਼ ਹਿਫਜ਼ ਕਰ ਕਰਨ ਤਕੱਬਰ, ਬਸ ਮੁਬਾਸੇ ਕਰ ਰਹੇ ਨੇ। ਹੇ ਹਾਫਜ਼ ਹਿਫਜ਼ ਕਰ ਕਰਨ ਤਕੱਬਰ, ਮੁੱਲਾਂ ਕਰਨ ਵਡਿਆਈ ਹੋ, ਸਾਵਣ ਮਾਹ ਦੇ ਬੱਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ। ਜਿੱਥੇ ਵੇਖਣ ਚੰਗਾ ਚੋਖਾ, ਉੱਥੇ ਪੜ੍ਹਨ ਕਲਾਮ ਸਵਾਈ ਹੋ। ਉਹ ਦੋਹੀਂ ਜਹਾਨੀ ਮੁੱਠੇ ਬਾਹੂ, ਜਿਨ੍ਹਾਂ ਖਾਧੀ ਵੇਚ ਕਮਾਈ ਹੋ। ਕੇਵਲ ਇੱਥੇ ਹੀ ਰੁਕ ਗਏ, ਉਪਦੇਸ਼ ਕਮਾਇਆ ਨਾ। ਬੁੱਲੇ ਨੇ ਐਸੇ ਮਨੁੱਖਾਂ ਨੂੰ ਦੇਖ ਕੇ ਆਖਿਆ, ਬੁੱਲਾ, ਮੁੱਲਾਂ ਅਤੇ ਮਸ਼ਾਲਚੀ ਦੋਹਾਂ ਦਾ ਇੱਕੋ ਚਿੱਤ। ਮਸ਼ਾਲਚੀ ਵੀ ਮਸ਼ਾਲ ਲੈ ਕੇ ਤੁਰਦਾ ਹੈ, ਆਪਣੇ ਪੈਰ ਹਨੇਰੇ ਵਿੱਚ ਨੇ, ਲੋਕਾਂ ਨੂੰ ਚਾਨਣ ਦਿੰਦਾ ਹੈ। ਤੇ ਬੁੱਲਾ ਆਖਦਾ, ਕੰਮ ਮੁੱਲਾਂ ਦਾ ਵੀ ਮੈਂ ਦੇਖਦਾ ਕੁਝ ਇਸੇ ਤਰ੍ਹਾਂ ਦਾ ਹੀ ਹੈ। ਐਸੇ ਪੁਰਸ਼ਾਂ ਦਾ ਜ਼ਿਕਰ ਕਬੀਰ ਜੀ ਕਰ ਰਹੇ ਨੇ। ਕਬੀਰ ਅਵਰਹ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਬੁੱਲਾ ਕਹਿੰਦਾ ਹੈ, ਬੁੱਲਾ, ਮੁੱਲਾਂ ਅਤੇ ਮਸ਼ਾਲਚੀ ਦੋਹਾਂ ਦਾ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਤੇ ਆਪ ਹਨੇਰੇ ਵਿੱਚ ਭਟਕ ਰਹੇ ਹਨ। ਇਸ ਉਪਦੇਸ਼ ਦਾ ਕੀ ਅਰਥ ਹੋਵੇਗਾ? ਕੋਈ ਵੀ ਤਾਂ ਭਾਵ ਨਹੀਂ, ਗਵਾਉਣ ਵਾਲੀ ਹੀ ਸਾਰੀ ਕਹਾਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕ ਦਿਨ ਸਿੱਖਾਂ ਪ੍ਰਸ਼ਨ ਕੀਤਾ, ਮਹਾਰਾਜ, ਕਥਾ ਕੀਰਤਨ ਤਾਂ ਬਹੁਤ ਕਰਦੇ ਨੇ, ਪਰ ਜਿਸ ਵੇਲੇ ਭਾਈ ਲਾਲੂ ਤੇ ਭਾਈ ਨਿਹਾਲੂ ਕਰਦੇ ਨੇ, ਸੁਭਾਵਕ ਹੀ ਚਿੱਤ ਸ਼ਾਂਤ ਹੋ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ, ਫਰਕ ਕੀ ਹੈ? ਤਾਂ ਸਤਿਗੁਰਾਂ ਜੋ ਉਪਦੇਸ਼ ਉਸ ਵੇਲੇ ਦਿੱਤਾ, ਅਸਲੀਅਤ ਸਮਝਾਈ, ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸਾਹਿਬ ਨੇ ਲਿਖੀ ਹੈ। ਸਿਰੀ ਮੁਖ ਤੇ ਬੋਲੇ ਬਚ ਪੂਤ, ਜੋ ਨਰ ਕਰਹਿ ਭਲੀ ਕਰਤੂਤ। ਜਿਮ ਅਪਰਨ ਉਪਦੇਸ਼ ਉਚਾਰੇ, ਤਿਮ ਨਿਸ਼ਚੈ ਆਪਣੇ ਉਰ ਧਾਰੇ। ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਉਹ ਵਿਸ਼ਵਾਸ ਆਪ ਵੀ ਕਮਾਇਆ ਹੋਵੇ। ਤਿਨ ਕੀ ਛਾਇਆ ਸਭ ਪਰ ਜਾਏ, ਸੁਨਹਿ ਬਾਕ ਜੇ ਹਿਰਦੈ ਬਸਾਏ। ਬਹੁਤਨ ਕੋ ਉਧਾਰ ਸੋ ਕਰੇ, ਤਿਸ ਪਰ ਤੁਕ ਸ੍ਰੀ ਮੁਖੋਂ ਉਚਰੇ। ਸਤਿਗੁਰੂ ਕਹਿਣ ਲੱਗੇ, ਜਦੋਂ ਆਪ ਕਮਾਉਣ ਵਾਲਾ ਉਪਦੇਸ਼ ਦਿੰਦਾ ਹੈ, ਅੰਮ੍ਰਿਤ ਵਰਸ ਜਾਂਦਾ ਹੈ। ਗ੍ਰਹਿਣ ਵੀ ਲੋਕ ਕਰ ਲੈਂਦੇ ਨੇ, ਜਿਨ੍ਹਾਂ ਅੰਦਰ ਗ੍ਰਹਿਣ ਕਰਨ ਦੀ ਭਾਵਨਾ ਹੋਵੇ, ਪਿਆਸ ਹੋਵੇ। ਪਹਿਲੋਂ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਵੇ ਛਾਂ। ਪਹਿਲਾਂ ਜੜ ਅੰਦਰ ਜ਼ਮੀਨ ਵਿੱਚ, ਤੇ ਫਿਰ ਉੱਪਰ ਛਾਇਆ ਹੁੰਦੀ ਹੈ। ਤੋ ਕਬੀਰ ਜੀ ਕਹਿੰਦੇ ਨੇ, ਐਸੇ ਉਪਦੇਸ਼ਕਾਂ ਦਾ ਆਪਣਾ ਖੇਤ ਤਾਂ ਉਜੜ ਗਿਆ, ਲੋਕਾਂ ਨੂੰ ਆਖਦੇ ਰਹੇ ਬਚਾ ਲਓ। ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਹੋਨਹਾਰ ਸੋ ਹੋਏ ਹੈ, ਸਾਕਤ ਸੰਗ ਨ ਜਾਓ।
ਕਬੀਰ ਸਾਹਿਬ ਕਹਿੰਦੇ ਨੇ, ਸਾਧੂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਰੱਬੀ ਰੰਗ ਵਿੱਚ ਰੰਗਿਆ ਹੋਇਆਂ ਦੀ ਸੰਗਤ ਵਿੱਚ ਤਾਂ ਮੈਂ ਟਿਕਿਆ ਰਹਾ। ਭਾਵੇਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਨਾ ਪਵੇ ਤਾਂ ਵੀ ਮੈਨੂੰ ਪ੍ਰਵਾਨ ਹੈ, ਪਰ ਰੱਬ ਤੋਂ ਟੁੱਟੇ ਬੰਦਿਆਂ ਦੀ ਕੁਸੰਗਤ ਵਿੱਚ ਮੈਂ ਨਾ ਜਾਵਾਂ, ਇਹ ਮੇਰੀ ਜ਼ਿੰਦਗੀ ਦਾ ਇੱਕ ਨਿਸ਼ਾਨਾ ਹੈ। ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਹੋਨਹਾਰ ਸੋ ਹੋਏ ਹੈ, ਸਾਕਤ ਸੰਗ ਨ ਜਾਓ। ਅੱਜ ਦਾ ਆਖਰੀ ਸ਼ਲੋਕ, ਸ਼ਲੋਕ ਨੰਬਰ 100। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ, ਧੋਏ ਹੋਏ ਨ ਸੇਤ। ਕਬੀਰ ਜੀ ਕਹਿੰਦੇ ਨੇ, ਗੁਰਮੁਖਾਂ ਪਿਆਰਿਆਂ ਦੀ ਸਾਧੇ ਹੋਏ ਚਿੱਤ ਵਾਲੇ ਜੋ ਸਾਧੂ ਜਨ ਹਨ, ਤਿਨਾਂ ਦੀ ਸੰਗਤ ਵਿੱਚ ਟਿਕਿਆਂ ਹਰ ਰੋਜ਼ ਹਰੀ ਨਾਲ ਪ੍ਰੇਮ ਵੱਧਦਾ ਹੀ ਵੱਧਦਾ ਹੈ। ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ, ਧੋਏ ਹੋਏ ਨ ਸੇਤ। ਇਸ ਦੇ ਉਲਟ ਪਰਮਾਤਮਾ ਤੋਂ ਟੁੱਟਾ ਹੋਇਆ ਇਨਸਾਨ, ਸਾਕਤ ਬੰਦਾ, ਰੱਬ ਤੋਂ ਮੁਨੱਕਰ, ਉਹ ਹੈ ਕਾਲੀ ਕੰਬਲੀ ਵਰਗਾ, ਜਿਹੜੀ ਲੱਖ ਵਾਰੀ ਧੋ ਲਓ ਚਿੱਟੀ ਨਹੀਂ ਹੋਣੀ। ਤੇ ਐਸੇ ਪੁਰਸ਼ ਦੀ ਸੰਗਤ ਵਿੱਚੋਂ ਵੀ ਕਦੀ ਮਨ ਪਵਿੱਤਰ ਨਹੀਂ ਹੋਣਾ। ਇਸ ਲਈ ਕੁਸੰਗ ਤੋਂ ਬਚਣਾ ਹੈ, ਸਤਸੰਗ ਮਾਨਣ ਦਾ ਯਤਨ ਕਰਨਾ ਹੈ, ਲੇਕਿਨ ਪਾਖੰਡੀਆਂ ਤੋਂ ਸਾਵਧਾਨ ਰਹਿਣਾ ਹੈ। ਇਹ ਕਬੀਰ ਜੀ ਦਾ ਇਹਨਾਂ ਬਚਨਾਂ ਰਾਹੀਂ ਸਾਨੂੰ ਅੱਜ ਬਖਸ਼ਿਆ ਗਿਆ ਉਪਦੇਸ਼ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਇਹ ਉਪਦੇਸ਼ ਅਸੀਂ ਆਪਣੇ ਜੀਵਨ ਵਿੱਚ ਕਮਾ ਕੇ, ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ। ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।